ਸਤਿ ਸ਼੍ਰੀ ਅਕਾਲ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਅਪਡੇਟ ਦੇ ਦਈਏ ਕਿ ਜਿਹੜੇ ਲੋਕ ਇਹ ਸੋਚ ਰਹੇ ਹੋਣਗੇ ਕਿ ਨੌਨ ਅਸੈਂਸ਼ੀਅਲ ਜਿਹੜਾ ਟਰੈਵਲ ਹੈ ਉਹ ਕਰ ਸਕਦੇ ਨੇ ਤੇ ਉਹ ਖਾਸ ਤੌਰ ਤੇ ਬਾਰਡਰ ਰਾਹੀਂ ਯਾਨੀ ਸੜਕੀ ਮਾਰਗ ਰਾਹੀਂ ਪ੍ਰੋਵਿੰਸ ਇੱਥੇ ਵੈਨਕੂਵਰ ਦੇ ਵਿੱਚ BC ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਵਾਸਤੇ ਖਾਸ ਤੌਰ ਦੇ ਉੱਤੇ ਇਹ ਅਪਡੇਟ ਹੈ ਵੀ ਉਹ ਜ਼ਰਾ ਧਿਆਨ ਨਾਲ ਜਾਣ, ਕਿਉਂਕਿ 4 ਹਾਈਵੇ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਪੁਲਿਸ ਤੈਨਾਤ ਹੈ ਤੇ ਉਹਨਾਂ ਦੀ ਇੱਕ ਲੰਬੀ ਚੌੜੀ ਲਿਸਟ ਬਣੀ ਹੋਈ ਹੈ ਤੇ ਤੁਹਾਡੀ ਸਾਰੀ ਚੈਕਿੰਗ ਹੋਏਗੀ। ਜੇ ਤੁਹਾਡੀ ਜਿਹੜੀ ਯਾਤਰਾ ਹੈ, ਜੇ ਤੁਸੀਂ ਇੱਥੇ ਆ ਰਹੇ ਹੋ, ਉਹ ਜੇ ਨੌਨ ਅਸੈਂਸ਼ੀਅਲ ਹੀ ਹੋਈ ਤਾਂ ਹੋ ਸਕਦਾ ਕਿ ਤੁਹਾਨੂੰ ਵਾਪਸ ਮੁੜਨਾ ਪਵੇ। ਸੋ ਧਿਆਨ ਦੇਣਾ ਇਸ ਗੱਲ ਦੇ ਉੱਤੇ। ਖਬਰ ਦੇ ਵਿੱਚ ਅਸੀਂ ਡਿਟੇਲ 'ਚ ਦੱਸਾਂਗੇ ਕਿ ਕਿੱਥੇ ਕਿੱਥੇ ਪੁਲਿਸ ਜਿਹੜੀ ਹੈ ਉਹ ਤੈਨਾਤ ਹੋਏਗੀ। ਫਿਲਹਾਲ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। BCRCMP ने 4 ਥਾਵਾਂ ਤੇ ਨਾਕੇਬੰਦੀ ਕਰਨ ਦੇ ਆਰਡਰ ਕੀਤੇ ਜਾਰੀ। ਅੱਜ ਤੋਂ ਗੈਰ ਜ਼ਰੂਰੀ ਯਾਤਰਾ ਨੂੰ ਸੀਮਿਤ ਕਰਨ ਵਾਲੇ ਨਵੇਂ ਆਦੇਸ਼ ਹੋਏ ਲਾਗੂ। ਜਗਮੀਤ ਸਿੰਘ ਨੇ ਕੋਵਿਡ ਤੋਂ ਬਾਹਰ ਆਉਣ ਨੂੰ ਦੱਸਿਆ ਨਵੇਂ ਘਰ ਬਣਾਉਣ ਦਾ ਵਧੀਆ ਮੌਕਾ। ਸਿੰਘ ਨੇ ਫੈਡਰਲ ਪੈਸਿਆਂ ਦੇ ਨਾਲ ਹਾਊਸਿੰਗ ਨਿਰਮਾਣ 'ਚ ਉਛਾਲ ਲਿਆਉਣ ਦੀ ਕੀਤੀ ਮੰਗ। ਕੈਨੇਡਾ ਦੇ ਵਿੱਚ ਹਰਡ ਇਮਿਊਨਿਟੀ ਪਹੁੰਚਣਾ ਮੁਸ਼ਕਿਲ, ਪਰ ਕੋਵਿਡ ਟੀਕੇ ਤੋਂ ਬਾਅਦ ਜ਼ਿੰਦਗੀ ਆਮ ਦੀ ਤਰ੍ਹਾਂ ਹੋਣ ਦੀ ਸੰਭਾਵਨਾ। ਖਬਰਾਂ ਵਿਸਥਾਰ ਦੇ ਨਾਲ। ਅੱਜ ਯਾਨੀ ਵੀਰਵਾਰ ਤੋਂ ਗੈਰ ਜ਼ਰੂਰੀ ਯਾਤਰਾ ਜਿਹੜੇ BC ਦੇ ਵਿੱਚ ਐਂਟਰ ਹੋਣ ਦੇ ਲਈ ਕਰ ਰਹੇ ਨੇ, ਉਹਨਾਂ ਨੂੰ ਇਹ ਦੱਸ ਦਈਏ ਕਿ BC ਦੇ ਵਿੱਚ ਐਂਟਰ ਹੋਣ ਲੱਗੇ ਖਾਸ ਗੱਲਾਂ ਦਾ ਖਿਆਲ ਰੱਖਣਾ ਹੋਏਗਾ। 4 ਥਾਵਾਂ ਅਜਿਹੀਆਂ ਨੇ ਜਿੱਥੇ RCMP ਤੈਨਾਤ ਰਹੇਗੀ ਤੇ ਤੁਹਾਨੂੰ ਯਾਤਰਾ ਦੇ ਕਾਰਨਾਂ ਸੰਬੰਧੀ ਪੁੱਛਗਿੱਛ ਕਰੇਗੀ। ਜੇ ਯਾਤਰਾ ਗੈਰ ਜ਼ਰੂਰੀ ਹੋਈ ਤਾਂ ਹੋ ਸਕਦਾ ਹੈ ਕਿ ਵਾਪਸ ਤੁਹਾਨੂੰ ਮੁੜਨਾ ਪਵੇ। ਜੇ ਉਲਝੇ RCMP ਨਾਲ ਤਾਂ ਜੁਰਮਾਨਾ ਤਿਆਰ ਰੱਖਿਓ। ਨਿਯਮ ਸੁਣੋ ਪਹਿਲਾਂ, ਕਿਹੜੇ-ਕਿਹੜੇ ਦਸਤਾਵੇਜ਼ ਹੋਣੇ ਜ਼ਰੂਰੀ ਨੇ। ਕਿੱਥੇ ਹੈ BCRCMP ਗੈਰ ਜ਼ਰੂਰੀ ਯਾਤਰਾ ਨੂੰ ਰੋਕਣ ਦੇ ਲਈ ਤੈਨਾਤ ਕੀਤੇ ਗਏ ਜਿਹੜੇ ਮੈਂਬਰ ਨੇ। ਜੇ ਤੁਸੀਂ ਆਪਣੇ ਸਿਹਤ ਖੇਤਰ ਨੂੰ BC ਦੇ ਵਿੱਚ ਛੱਡਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਰੋਕਿਆ ਜਾ ਸਕਦਾ ਹੈ। BCRCMP ਦਾ ਕਹਿਣਾ ਹੈ ਕਿ ਅਧਿਕਾਰੀ ਵੀਰਵਾਰ ਨੂੰ ਸ਼ੁਰੂ ਹੋਣ ਵਾਲੀਆਂ 4 ਥਾਵਾਂ ਤੇ COVID-19 ਸੰਬੰਧੀ ਸੜਕੀ ਜਾਂਚ ਕਰਨਗੇ। ਬੋਸਟਨ ਬਾਰ ਖੇਤਰ ਦੇ ਨਾਲ ਲੱਗਦਾ ਹਾਈਵੇ 1, ਮੈਨਿੰਗ ਪਾਰਕ ਖੇਤਰ ਦੇ ਵਿੱਚ ਹਾਈਵੇ 3, ਓਲਡ ਟੋਲ ਬੂਥ ਏਰੀਆ ਹਾਈਵੇ 5, ਹਾਈਵੇ 99 ਦੇ ਵਿੱਚ ਲੈਲਿਓਟ ਏਰੀਆ। ਇਸ ਸੜਕੀ ਜਾਂਚ ਦਾ ਮਕਸਦ ਹੈ ਗੈਰ ਜ਼ਰੂਰੀ ਯਾਤਰਾ ਨੂੰ ਸੀਮਿਤ ਕਰਨ ਦੇ ਲਈ ਸੂਬੇ ਦੀਆਂ ਨਵੀਆਂ ਕੋਸ਼ਿਸ਼ਾਂ ਕਰਨਾ। ਮਾਊਂਟੀਜ਼ ਦਾ ਤਾਂ ਕਹਿਣਾ ਹੈ ਕਿ ਅਧਿਕਾਰੀ ਡਰਾਈਵਰਾਂ ID ਪੁੱਛਣਗੇ, ਉਹਨਾਂ ਦਾ ਨਾਮ ਤੇ ਪਤਾ ਦਿਖਾਉਣ ਵਾਲੇ ਦਸਤਾਵੇਜ਼ ਤੇ ਉਹਨਾਂ ਦੀ ਯਾਤਰਾ ਦਾ ਮਕਸਦ ਪੁੱਛਿਆ ਜਾਏਗਾ। ਜੇ ਯਾਤਰਾ ਵਾਲਾ ਵਿਅਕਤੀ ਬਿਨਾਂ ਜ਼ਰੂਰੀ ਕੰਮ ਦੇ ਯਾਤਰਾ ਕਰ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਉਸ ਨੂੰ ਵਾਪਸ ਜਾਣ ਲਈ ਕਿਹਾ ਜਾਏ ਤੇ ਜੇ ਉਹ ਇਨਕਾਰ ਕਰਦੇ ਨੇ ਤਾਂ $575 ਤੱਕ ਦਾ ਜੁਰਮਾਨਾ ਹੋ ਸਕਦਾ ਹੈ। BC ਨੇ ਆਪਣੇ 5 ਸਿਹਤ ਅਥਾਰਟੀਆਂ ਨੂੰ 3 ਜ਼ੋਨਾਂ ਦੇ ਨਾਲ ਜੋੜ ਦਿੱਤਾ ਹੈ। ਇਸ ਹੁਕਮਾਂ ਦੇ ਮਕਸਦ ਉੱਤਰੀ ਦੇ ਅੰਦਰੂਨੀ ਸਿਹਤ ਅਧਿਕਾਰੀ ਇੱਕ ਸੰਯੁਕਤ ਖੇਤਰ ਮੰਨੇ ਜਾਣਗੇ ਤੇ ਵੈਨਕੂਵਰ ਕੋਸਟਲ ਹੈਲਥ ਤੇ ਫਰੇਜ਼ਰ ਸਿਹਤ ਅਧਿਕਾਰੀ ਵੀ ਇੱਕ ਸੰਯੁਕਤ ਖੇਤਰ ਹੀ ਮੰਨਿਆ ਜਾਏਗਾ। ਜਨਤਕ ਸੁਰੱਖਿਆ ਮੰਤਰੀ ਮਾਈਕ ਫਨਵਰਥ ਨੇ 23 ਅਪ੍ਰੈਲ ਨੂੰ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਸੀ ਕਿ ਕੁਝ ਕੁ ਉਦਾਹਰਨਾਂ ਕਰਕੇ ਵੈਨਕੂਵਰ ਆਈਲੈਂਡ ਨਹੀਂ ਬਦਲਿਆ ਜਾਏਗਾ। ਜ਼ਰੂਰੀ ਕੰਮ ਦੇ ਵਿੱਚ ਕੀ ਸ਼ਾਮਿਲ ਹੋਏਗਾ, ਸੂਬੇ ਨੇ ਇਸ ਦੀ ਸੂਚੀ ਤਿਆਰ ਕੀਤੀ। ਕਿਸੇ ਵੱਖਰੇ ਮੁੱਖ ਨਿਵਾਸ ਤੇ ਜਾਣਾ ਜਾਂ ਕਿਸੇ ਵਿਅਕਤੀ ਨੂੰ ਉਸ ਉਦੇਸ਼ ਦੇ ਲਈ ਅੱਗੇ ਵਧਣ ਵਿੱਚ ਸਹਾਇਤਾ ਕਰਨਾ, ਵਪਾਰਕ ਤੌਰ ਦੇ ਉੱਤੇ ਮਾਲ ਦੀ ਢੋਆ ਢੁਆਈ, ਸਿਹਤ ਸੰਭਾਲ ਸੇਵਾਵਾਂ ਜਾਂ ਸਮਾਜਿਕ ਸੇਵਾਵਾਂ ਪ੍ਰਾਪਤ ਕਰਨਾ ਜਾਂ ਕਿਸੇ ਨੂੰ ਉਹਨਾਂ ਸੇਵਾਵਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਸਹਾਇਤਾ ਕਰਨਾ, ਜਿਵੇਂ ਕਿ ਅਦਾਲਤ ਦੇ ਵਿੱਚ ਹਾਜ਼ਰੀ ਲਗਾਉਣਾ, ਨਾਬਾਲਗ ਬੱਚੇ ਦੀ ਦੇਖਭਾਲ ਦੇ ਲਈ ਉਸ ਦੇ ਨਾਲ ਸਮਾਂ ਬਤੀਤ ਕਰਨ ਦੇ ਲਈ ਕਲਾਸਾਂ ਦੇ ਵਿੱਚ ਜਾਣਾ ਜਾਂ ਕਿਸੇ ਪੋਸਟ ਸੈਕੰਡਰੀ ਸੰਸਥਾ ਜਾਂ ਸਕੂਲ ਦੇ ਵਿੱਚ ਕਲਾਸਾਂ ਅਟੈਂਡ ਕਰਨਾ, ਕਿਸੇ ਅਜਿਹੇ ਵਿਅਕਤੀ ਦੀ ਦੇਖਭਾਲ ਲਈ ਜਾਣਾ ਜੋ ਸਿਹਤ ਸਰੀਰਕ ਜਾਂ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੈ, ਜਿਸ ਨੂੰ ਸਹਾਇਤਾ ਦੀ ਲੋੜ ਹੈ। ਸੋ ਇਹ ਉਹ ਜ਼ਰੂਰੀ ਕੰਮ ਨੇ ਜਿਸ ਦੇ ਨਾਲ ਤੁਸੀਂ ਸਫ਼ਰ ਕਰਨ ਦੇ ਲਈ ਯੋਗ ਹੋ ਸਕਦੇ ਹੋ ਤੇ ਇਸ ਸੰਬੰਧੀ ਕਿ ਤੁਹਾਨੂੰ BC ਦੇ ਵਿੱਚ ਹੀ ਐਂਟਰੀ ਮਿਲੇਗੀ। ਸੋ ਸਫ਼ਰ ਕਰਨ ਤੋਂ ਪਹਿਲਾਂ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਜ਼ਰੂਰ ਰੱਖਣਾ, ਕਿਉਂਕਿ ਜਿਵੇਂ ਹੀ ਨਿਯਮ ਲਾਗੂ ਹੋਏ ਤਾਂ BC ਦੇ ਵਿੱਚ ਕੋਵਿਡ ਮਾਮਲਿਆਂ ਦੀ ਗਿਣਤੀ ਗਿਰਾਵਟ ਵੱਲ ਜਾ ਰਹੀ ਹੈ, ਖਾਸ ਕਰਕੇ ਜਦੋਂ ਵੈਕਸੀਨੇਸ਼ਨ ਦਾ ਕੰਮ ਜਾਰੀ ਹੈ। ਹਾਲਾਂਕਿ BC ਵਾਸੀਆਂ ਨੂੰ ਅਜੇ ਵੀ ਅਪੀਲ ਕੀਤੀ ਜਾ ਰਹੀ ਹੈ ਕਿ BC ਦੇ ਵਿੱਚ ਕੋਵਿਡ ਸੰਚਾਰ ਨੂੰ ਘਟਾਉਣ ਦੇ ਲਈ ਉਹ ਘਰ ਦੇ ਨਜ਼ਦੀਕ ਹੀ ਰਹਿਣ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਗਮੀਤ ਸਿੰਘ ਨੇ ਮਹਾਮਾਰੀ ਦੇ ਦੌਰ ਚੋਂ ਬਾਹਰ ਨਿਕਲਦੇ ਹੀ ਕੈਨੇਡਾ ਸਰਕਾਰ ਦੇ ਮੂਹਰੇ ਇੱਕ ਪੇਸ਼ਕਸ਼ ਰੱਖੀ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਹੁਣ ਕੈਨੇਡਾ ਮਹਾਮਾਰੀ ਦੇ ਦੌਰ ਦੇ ਵਿੱਚ ਬਾਹਰ ਆਉਣ ਦੀ ਤਿਆਰੀ ਕਰ ਰਿਹਾ ਹੈ, ਵੈਕਸੀਨੇਸ਼ਨ ਹੋ ਰਹੀ ਹੈ, ਤਾਂ ਇਸ ਜ਼ਰੀਏ ਉਹਨਾਂ ਘਰਾਂ ਦੀ ਮੰਗ ਵਧਾਉਣ ਦੀ ਜਿਹੜੀ ਹੈ ਗੁੰਜਾਇਸ਼ ਉਹਨਾਂ ਨੇ ਕਿਹਾ ਕਿ ਹੋ ਸਕਦੀ ਹੈ। ਉਹਨਾਂ ਉਦਾਹਰਨ ਦੇ ਤੌਰ ਦੇ ਉੱਤੇ ਜੰਗ ਦੇ ਦੌਰ ਨੂੰ ਵੀ ਸ਼ਾਮਿਲ ਕੀਤਾ ਹੈ। ਸਿੰਘ ਦਾ ਮੰਨਣਾ ਹੈ ਕਿ ਰੀਅਲ estate ਤੇ ਦਬਾਅ ਜਾਰੀ ਕਰਨ ਦੇ ਲਈ ਇੱਕ ਰਾਸ਼ਟਰੀ ਵਿਦੇਸ਼ੀ ਖਰੀਦਾਰ ਟੈਕਸ ਦੀ ਵੀ ਲੋੜ ਹੈ।
ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਸਰਕਾਰ ਨੂੰ ਵਧੇਰੇ ਘਰ ਬਣਾਉਣ ਦੀ ਮੰਗ ਕੀਤੀ ਹੈ, ਜਿਵੇਂ ਕਿ ਕੈਨੇਡਾ ਕੋਵਿਡ-19 ਮਹਾਮਾਰੀ ਦੇ ਦੌਰ ਚੋਂ ਬਾਹਰ ਨਿਕਲ ਰਿਹਾ ਹੈ। ਜਗਮੀਤ ਸਿੰਘ ਨੇ ਕਿਹਾ ਹੈ ਹੌਲੀ-ਹੌਲੀ ਰਿਕਵਰੀ ਇੱਕ ਪੂਰੇ ਦੇਸ਼ ਦੇ ਵਿੱਚ ਕਿਫਾਇਤੀ ਮਕਾਨ ਬਣਾਉਣ ਦਾ ਮੌਕਾ ਹੈ। ਜਗਮੀਤ ਸਿੰਘ ਨੇ ਕਿਹਾ ਉਸ ਤਰ੍ਹਾਂ ਦੀ ਥਾਂ ਬਣਾਓ ਜਿਸ ਤਰ੍ਹਾਂ ਲੋਕ ਉਸ ਨੂੰ ਘਰ ਕਹਿ ਸਕਣ, ਅਪਾਰਟਮੈਂਟਸ, ਟਾਊਨ ਹਾਊਸ ਤੇ ਘਰ। ਜਗਮੀਤ ਸਿੰਘ ਨੇ ਕਿਹਾ ਕਿ ਹਾਊਸਿੰਗ ਨਿਰਮਾਣ ਦੇ ਵਿੱਚ ਉਛਾਲ ਪਹਿਲੀ ਤੇ ਦੂਜੀ ਵਿਸ਼ਵ ਯੁੱਧ ਤੋਂ ਬਾਅਦ ਆਇਆ ਸੀ। ਜਗਮੀਤ ਸਿੰਘ ਚਾਹੁੰਦੇ ਨੇ ਕਿ ਫੈਡਰਲ ਪੈਸਿਆਂ ਦੇ ਨਾਲ ਅਫੋਰਡੇਬਲ ਘਰ ਬਣਨ। ਲੋਅਰ ਮੇਨਲੈਂਡ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਜਿੱਥੇ ਲੋਕਾਂ ਨੇ ਪਹਿਲਾਂ ਆਪਣਾ ਕਿਫਾਇਤੀ ਘਰ ਖਰੀਦਿਆ ਵਿਸ਼ਵ ਯੁੱਧ ਤੋਂ ਬਾਅਦ ਦਾ ਘਰ ਸੀ। ਸੈਕਟਰ ਦੇ ਵਿੱਚ ਭਾਰੀ ਨਿਵੇਸ਼ ਦੇ ਵਿੱਚ ਸਹਿਕਾਰੀ ਘਰ ਸ਼ਾਮਿਲ ਹੋਣਾ ਲਾਜ਼ਮੀ ਹੈ। ਸਿੰਘ ਨੇ ਕਿਹਾ ਕਿ ਸੈਕਟਰ ਦੇ ਵਿੱਚ ਵੱਡੇ ਪੱਧਰ ਤੇ ਨਿਵੇਸ਼ ਦੇ ਵਿੱਚ ਸਹਿਕਾਰੀ ਰਿਹਾਇਸ਼ੀ ਘਰ ਹੋਣਾ ਚਾਹੀਦਾ ਹੈ, ਮੁਨਾਫਾ ਰਹਿਤ ਘਰ ਨਹੀਂ ਤੇ ਬਾਜ਼ਾਰ ਤੋਂ ਘੱਟ ਕੀਮਤ ਵਾਲੇ ਕਿਰਾਏ। ਜਗਮੀਤ ਸਿੰਘ ਨੇ ਕਿਹਾ ਕਿ ਉਹ ਵੇਖਣਾ ਚਾਹੁੰਦੇ ਨੇ ਕਿ ਕੌਮੀ ਵਿਦੇਸ਼ੀ ਖਰੀਦਾਰ ਟੈਕਸ BC ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ। ਸਿੰਘ ਵਿਦੇਸ਼ੀ ਖਰੀਦਾਰਾਂ ਨੂੰ ਨਿਰਾਸ਼ਾਜਨਕ ਮੰਨਦੇ ਨੇ ਜੋ ਹਾਊਸਿੰਗ ਮਾਰਕੀਟ ਨੂੰ ਸਟਾਕ ਮਾਰਕੀਟ ਵਾਂਗ ਵਰਤਦੇ ਨੇ। ਆਪਣੇ ਪੈਸੇ ਕੈਨੇਡੀਅਨ ਰੀਅਲ estate ਦੇ ਵਿੱਚ ਪਾਉਣ ਤੋਂ ਹਾਊਸਿੰਗ ਮਾਰਕੀਟ ਤੇ ਕੁਝ ਦਬਾਅ ਘਟੇਗਾ। ਬਿਲਡਿੰਗ ਪ੍ਰੋਜੈਕਟਾਂ ਤੇ GST ਮੁਆਫ ਕਰਨ ਦੇ ਨਾਲ ਪਹਿਲੇ ਘਰਾਂ ਦੇ ਖਰੀਦਾਰਾਂ ਦੇ ਨਾਲ ਟੈਕਸ ਕ੍ਰੈਡਿਟ ਨੂੰ ਦੁੱਗਣਾ ਕਰਨ ਦਾ ਜ਼ਿਕਰ ਕਰਦਿਆਂ ਸਿੰਘ ਮੰਨਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ। ਬਿਲਡਿੰਗ ਪ੍ਰੋਜੈਕਟਾਂ ਤੇ GST ਮੁਆਫ ਕਰਨ ਦੇ ਨਾਲ ਪਹਿਲੇ ਘਰਾਂ ਦੇ ਖਰੀਦਾਰਾਂ ਦੇ ਟੈਕਸ ਕ੍ਰੈਡਿਟ ਨੂੰ ਦੁੱਗਣਾ ਕਰਦਿਆਂ ਜਗਮੀਤ ਸਿੰਘ ਮੰਨਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ। ਉਹਨਾਂ ਕਿਹਾ ਕਿ ਇਹ ਸਿਰਫ ਇੱਛਾ ਦਾ ਸਵਾਲ ਹੈ। ਲਿਬਰਲ ਸਰਕਾਰ ਮੰਨਦੀ ਹੈ ਕਿ ਇੱਕ ਸੰਕਟ ਹੈ, ਪਰ ਫਿਰ ਸੰਕਟ ਦੌਰਾਨ ਕੰਮ ਕਰਨਾ ਨਹੀਂ ਹੁੰਦਾ। ਅਸੀਂ ਮੰਨਦੇ ਹਾਂ ਕਿ ਸਾਨੂੰ ਕ੍ਰਾਈਸਿਸ ਦੀ ਤਰ੍ਹਾਂ ਐਕਟ ਕਰਨ ਦੀ ਲੋੜ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਐਨਆਈ ਨਹੀਂ, ਐਨਡੀਪੀ ਆਗੂ ਜਗਮੀਤ ਸਿੰਘ ਦੇ ਵੱਲੋਂ ਐਲਬਰਟਾ ਤੇ ਓਨਟਾਰੀਓ ਦੇ ਵਿੱਚ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਸਰਗਰਮੀਆਂ ਦੇ ਵਿੱਚ ਜਿਹੜੀਆਂ ਵਿੱਢ ਦਿੱਤੀਆਂ ਗਈਆਂ ਨੇ, ਉਹਨਾਂ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ। ਉਹਨਾਂ ਕਿਹਾ ਕਿ ਜਿਨ੍ਹਾਂ ਪਾਰਟੀ ਦੇ ਵੱਲੋਂ ਕੈਨੇਡੀਅਨਸ ਤੇ ਵਿਦਿਆਰਥੀਆਂ ਦੀ ਸਿੱਧੀ ਆਰਥਿਕ ਸਹਾਇਤਾ ਜਿਹੜੀ ਹੈ ਉਹ ਲਿਬਰਲ ਪਾਰਟੀ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ, ਉਹਨਾਂ ਦੀ ਪਾਰਟੀ ਦੀ ਬਦੌਲਤ ਹੀ ਪੇਡ ਸਿਕ ਲੀਵ ਸੰਬੰਧੀ ਪਹਿਲਾ ਫੈਡਰਲ ਪ੍ਰੋਗਰਾਮ ਜਿਹੜਾ ਉਹ ਲਿਆਂਦਾ ਗਿਆ। ਸਿੰਘ ਨੇ ਦਾਅਵਾ ਕੀਤਾ ਕਿ ਐਨਡੀਪੀ ਨੇ ਕੈਨੇਡਾ ਤੇ ਟੋਰਾਂਟੋ ਦੇ ਲੋਕਾਂ ਦੇ ਲਈ ਅਥਾਹ ਕੰਮ ਕੀਤਾ ਹੈ। I think that people across this country are better served when there are new Democrats elected. And we can show with clear examples that when the millions of Canadians were unable to put food on the table or to pay rent because they were unable to work due to lockdowns, it was New Democrats who doubled the CERB, got more help to more people to make sure they had the money they needed to survive. We did that. When students in Toronto and across this country were completely ignored by the Liberal government, it was New Democrats who fought to make sure that they got direct financial support. We have shown people across this country that when you elect more New Democrats, you are better off. People are better off because we are fighting for you. We brought in increases to the wage subsidy. When the Liberals introduced it at 10%, we increased it to 75%. That meant that we covered 75% of workers' salaries, and that kept millions of people employed. Millions of Canadians are better off when Democrats are elected. And when it comes to the most vital tool to fighting this pandemic, paid sick leave, we laid the foundation for the first program at the federal level. We fought to make it happen. It needs to be improved, but we did that. It was not on the Liberals' agenda. We pushed and fought and got that victory for people. And again, we've shown that people are better off in Toronto and across Canada when New Democrats are elected. So we'll show Canadians that they're better off, and we'll continue to fight to show that our focus is on making life better for people. And we have shown that, and we have proven that, and we'll continue to do that in Toronto, but across Canada. We've got a strategy to communicate with all of Canada, including Toronto. Really important to me. I love the city. It's where I was born. I call a lot of places home because I've lived in lots of places in Canada, but it's really special to me. It's really important to me. And the people of Toronto deserve to have someone there fighting for them. And we've got incredible candidates that have been nominated and more to come that will do a really amazing job of fighting for people. I think of Paul Taylor, recently nominated, who's someone that is well known as an advocate for food security, someone who's got a lot of cred, a lot of respect and a lot of passion for people. ਕੈਨੇਡਾ ਦੇ ਵਿੱਚ ਹਰਡ ਇਮਿਊਨਿਟੀ ਨਹੀਂ ਹੋ ਸਕਦੀ, ਪਰ ਕੋਵਿਡ-19 ਟੀਕੇ ਤੋਂ ਬਾਅਦ ਜ਼ਿੰਦਗੀ ਆਮ ਦੀ ਤਰ੍ਹਾਂ ਆਉਣੀ ਸੰਭਵ ਹੈ। ਮਾਹਰ ਤਾਂ ਇਹੀ ਮੰਨ ਰਹੇ ਨੇ। ਹੋ ਸਕਦਾ ਹੈ ਕਿ ਕੁਝ ਕਾਰਨਾਂ ਕਰਕੇ ਕੋਵਿਡ-19 ਝੁੰਡ ਪ੍ਰਤੀਰੋਧੀ ਹੋਣ ਦੀ ਸੰਭਾਵਨਾ ਨਹੀਂ ਹੈ। ਦੇਖਦੇ ਹਾਂ ਇੱਕ ਰਿਪੋਰਟ। ਹੋ ਸਕਦਾ ਹੈ ਕਿ ਕੈਨੇਡਾ ਦੇ ਵਿੱਚ ਹਰਡ ਇਮਿਊਨਿਟੀ ਨਹੀਂ ਪਹੁੰਚ ਸਕਦੀ। ਮਾਹਰਾਂ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਪਹਿਲਾਂ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਵਾਪਸੀ ਸੰਭਵ ਹੈ। ਮਾਹਰਾਂ ਦਾ ਇਹ ਮੰਨਣਾ ਹੈ ਅਜਿਹੀ ਛੋਟ ਪ੍ਰਾਪਤ ਕੀਤੀ ਜਾਂਦੀ ਹੈ ਜਦੋਂ ਕਾਫੀ ਲੋਕ ਵਿਸ਼ਾਣੂ ਤੋਂ ਪ੍ਰਤੀਰੋਧਕ ਹੁੰਦੇ ਨੇ। ਜਾਂ ਤਾਂ ਟੀਕੇ
ਜਾਂ ਕੁਦਰਤੀ ਲਾਗ ਜਾਂ ਦੋਵਾਂ ਦੇ ਸੁਮੇਲ ਦੇ ਦੁਆਰਾ। ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਪ੍ਰੋਫੈਸਰ ਪੌਲ ਚੋਪਰ ਨੇ ਕਿਹਾ ਹੈ ਕਿ ਕੁਝ ਕਾਰਨਾਂ ਕਰਕੇ ਕੋਵਿਡ-19 ਨਾਲ ਝੁੰਡ ਪ੍ਰਤੀਰੋਧੀ ਹੋਣ ਦੀ ਸੰਭਾਵਨਾ ਨਹੀਂ ਹੈ। ਵਾਇਰਸ ਦੁਨੀਆ ਭਰ ਦੇ ਵਿੱਚ ਸੰਚਾਰਿਤ ਹੋ ਰਿਹਾ ਹੈ, ਜਿਸ ਦਾ ਅਰਥ ਹੈ ਕਿ ਬਾਰਡਰ ਦੇ ਪਾਰ ਵੱਖੋ-ਵੱਖਰੇ ਥਾਵਾਂ ਤੇ ਦੁਬਾਰਾ ਪੇਸ਼ ਕੀਤਾ ਜਾਂਦਾ ਹੈ ਤੇ ਟੀਕਾਕਰਨ ਤੇ ਸੰਕਰਮਣ ਦੁਆਰਾ ਛੋਟ ਹਮੇਸ਼ਾ ਲਈ ਨਹੀਂ ਰਹਿੰਦੀ। ਉਹਨਾਂ ਕਿਹਾ ਕਿ ਟੀਕੇ ਕੁਝ ਨਵੇਂ ਰੂਪਾਂ ਪ੍ਰਤੀ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਨਹੀਂ ਜਾਪਦੇ। ਚੋਪਰ ਨੇ ਕਿਹਾ ਕਿ ਇਸ ਲਈ ਮੈਂ ਸੋਚਦਾ ਹਾਂ ਕਿ ਜੋ ਵਾਪਰਨ ਦੀ ਜ਼ਿਆਦਾ ਸੰਭਾਵਨਾ ਹੈ ਉਹ ਇਹ ਹੈ ਕਿ ਅਸੀਂ ਅਜਿਹੀ ਸਥਿਤੀ ਦੇ ਵਿੱਚ ਪਹੁੰਚੀਏ ਜਿਵੇਂ ਸਾਡੇ ਕੋਲ ਮੌਸਮੀ ਫਲੂ ਹੈ। ਅਸੀਂ ਫਲੂ ਦੇ ਨਾਲ ਹੀ ਜਾਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਕੁਝ ਅਜਿਹਾ ਹੀ ਕੋਵਿਡ ਦੇ ਨਾਲ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਆਬਾਦੀ ਵਿੱਚ ਪ੍ਰਤੀਰੋਧਤਾ ਦਾ ਪੱਧਰ ਵੀ ਰੂਪਾਂ ਦੇ ਨਾਲ ਬਦਲਦਾ ਹੈ, ਖਾਸ ਕਰਕੇ ਵਧੇਰੇ ਸੰਚਾਈ ਤਣਾਅ ਦੇ ਨਾਲ। BC ਦੀ ਯੂਨੀਵਰਸਿਟੀ ਪ੍ਰੋਫੈਸਰ ਦਾ ਕਹਿਣਾ ਹੈ ਕਿ ਬਿਮਾਰੀ ਦੀ ਪ੍ਰਜਨਨ ਦਰ ਦਾ ਪਤਾ ਲਗਾਉਣਾ ਮੁਸ਼ਕਿਲ ਹੈ, ਜਿਸ ਦੇ ਨਾਲ ਝੁੰਡ ਤੋਂ ਬਚਾਅ ਦੇ ਟੀਕੇ ਨੂੰ ਸਥਾਪਿਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਆਟੋ ਯੂਨੀਵਰਸਿਟੀ ਦੇ ਜੀਓਲੋਜੀ ਵਿਭਾਗ ਦੇ ਵਿੱਚ ਮਹਾਮਾਰੀ ਰੋਗ ਦੇ ਵਿਕਾਸ ਦੇ ਆંકੜਿਆਂ ਦੇ ਮਾਡਲਾਂ ਦਾ ਮਾਹਰ ਹੈ। ਉਹਨਾਂ ਕਿਹਾ ਹੈ ਕੈਨੇਡਾ ਦੇ ਵਿੱਚ ਝੁੰਡ ਤੋਂ ਛੋਟ ਵੀ ਘਟ ਸਕਦੀ ਹੈ ਕਿਉਂਕਿ ਟੀਕਾਕਰਨ ਤੋਂ ਬਾਅਦ ਵੀ ਲੋਕ ਲਾਗ ਦੀ ਲਪੇਟ ਦੇ ਵਿੱਚ ਆ ਸਕਦੇ ਨੇ, ਬੇਸ਼ੱਕ ਉਹਨਾਂ ਦੇ ਲੱਛਣਾਂ ਦੀ ਸੰਭਾਵਨਾ ਘੱਟ ਹੋਵੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਫਿਲਹਾਲ ਸਮਾਂ ਹੋ ਚਲਾ ਤੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਣ ਦਾ। ਜਲਦ ਹਾਜ਼ਰ ਹੁੰਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਲੌਂਗ ਟਰਮ ਕੇਅਰ ਹੋਮਸ ਨੂੰ ਲੈ ਕੇ ਆਈ ਰਿਪੋਰਟ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਬ੍ਰਾਂਟਨ ਸੈਂਟਰ ਤੋਂ MPP ਸਾਰਾ ਸਿੰਘ ਨੇ ਕਿਹਾ ਕਿ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ 4000 ਮੌਤਾਂ ਹੋਈਆਂ, ਪ੍ਰਬੰਧਾਂ ਦੇ ਵਿੱਚ ਢਿੱਲ ਦਿਖਾਈ ਦਿੱਤੀ, ਪਰ ਮਿਨਿਸਟਰ ਨੇ ਮਾਫੀ ਵੀ ਨਹੀਂ ਮੰਗੀ ਤੇ ਹੁਣ ਵੀ ਪ੍ਰਬੰਧ ਨਹੀਂ ਸੁਧਾਰੇ ਜਾ ਰਹੇ ਤੇ ਨਾ ਹੀ PSW ਵਰਕਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਦੇ ਲਈ ਮਿਨਿਸਟਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮਿਨਿਸਟਰ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਠੋਸ ਕਦਮ ਚੁੱਕ ਰਹੀ ਹੈ। These families are not just upset, they are dealing with trauma, with pain, with mental health impacts that will last for much longer than I think this minister understands. Speaker, let's recap what we've heard from the minister this week. She said that she didn't start the fire in long-term care. She said that the death of 4,000 Ontarians was overdue. And she said that she has nothing to apologize for. She even said that it's everyday Ontarians who need to do some, and I'll quote, soul searching about why Conservatives let their loved ones suffer and die from neglect. Speaker, this minister didn't take action when she was supposed to. They didn't hire PSWs over the summer. They didn't increase infection control measures in our long-term care homes. They failed to act. Solicitor General, the only one that needs to do some soul searching, Mr. Speaker, is this minister, and she needs to resign. When is she going to do that? Minister of Long-Term Care. Thank you, Speaker. I know very clearly what is true and what is not true. When we look at the response to the outbreaks in our homes, we were working round the clock to address the capacity issues, the overcrowding in long-term care, to address the staffing, making sure that we were taking every measure possible, integrating the acute care sector into long-term care homes, the public health inspections, the public health efforts to support these homes, and training people during this time to make sure we had the workforce necessary, starting with the staffing plan that we had already undertaken and begun, and hiring over 8,600 people into long-term care with the pandemic pay. With the efforts in infection prevention and control, we were able to reduce the level of severity of the outbreaks. And I'm so grateful to the hospitals for coming to our aid when it was necessary. We were making sure all these levers were being taken, and we were continuing to advance long-term care. ਉਧਰ ontario ਦੇ ਸਿਹਤ ਮੰਤਰੀ ਕ੍ਰਿਸਟੀ ਐਲੀਅਟ ਨੇ ਪ੍ਰੋਵਿੰਸ ਦੇ ਅੰਦਰ ਕੋਵਿਡ-19 ਵੈਕਸੀਨ ਪ੍ਰਕਿਰਿਆ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਐਲਾਨ ਕੀਤਾ ਕਿ ਟੋਰਾਂਟੋ, ਪੀਲ ਤੇ ਯਾਰਕ ਰੀਜਨ ਦੇ ਵਿੱਚ ਸਥਿਤ ਹੌਟਸਪੌਟ ਵਰਕ ਪਲੇਸਾਂ, ਮੋਬਾਈਲ ਟੀਕਾਕਰਨ ਯੂਨਿਟਸ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। With a stable supply of vaccines, we continue to deliver more shots in arms. To date, over 5.5 million doses of the COVID-19 vaccine have been administered, and 43% of Ontario adults have received their first dose. Thank you to our healthcare workers, public health units, and many other partners whose hard work has helped us come this far. This week, we ramped up our rollout of COVID-19 vaccines to support our most at-risk communities, allocating 50% of this week's vaccine shipment to hotspot communities. To support this, on Monday, we opened up our provincial booking system to individuals 18 years of age and over in hotspots. The demand has been unprecedented,
And on Monday alone, we saw over 533,000 appointments booked through the provincial system. Tomorrow, we will further expand eligibility to book an appointment, including to individuals aged 50 and over across the province, individuals with high-risk health conditions, and Group 1 of workers who cannot work from home, such as food manufacturing and distribution, agriculture and farm workers, elementary and secondary school workers, police, firefighters, and emergency medical service workers. As we receive more vaccines, we will continue to make it easier than ever to get vaccinated in our hardest hit communities. Starting later this week, up to 60 pharmacies will begin to offer the Moderna vaccine in Durham, Hamilton, Ottawa, Windsor-Essex, and York Region's hotspot areas to individuals aged 18 and over. Further expansion of vaccines in pharmacies will continue throughout the month. Thanks to the many Ontarians who continue to sign up to receive the vaccine as soon as it's their turn. We expect to administer first doses to 65% of Ontarians aged 18 and over by the end of May. Nearly 7.9 million Ontarians. ਜਿੱਥੇ ਅਖੀਰ ਦੇ ਵਿੱਚ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਖਬਰਾਂ ਨੇ ਤੁਹਾਡੇ ਲਈ ਅਲਬਰਟਾ ਤੋਂ। ਇੱਕ ਖਬਰ ਤਾਂ ਇਹੀ ਹੈ ਜੀ ਕਿ ਅਲਬਰਟਾ ਦੇ ਵਿੱਚ ਜਿਹੜੇ ਨੇ ਜੁਰਮਾਨੇ ਦੁੱਗਣੇ ਕਰ ਦਿੱਤੇ ਗਏ ਨੇ ਔਰ ਨਾਲ ਦੀ ਨਾਲ ਐਨਫੋਰਸਮੈਂਟ ਪ੍ਰੋਟੋਕਾਲ ਜਿਹੜਾ ਹੈਗਾ ਜਿਹੜੇ ਰੂਲ ਬ੍ਰੇਕਰਸ ਨੇ ਕੋਵਿਡ-19 ਦੇ ਉਹਨਾਂ ਲਈ ਨਵੇਂ ਪ੍ਰੋਟੋਕਾਲ ਵੀ ਆ ਗਏ ਨੇ। ਕੁਝ ਡਾਕਟਰ ਜਿਹੜੇ ਆ ਜੀ ਸੂਬੇ ਦੇ ਵਿੱਚ ਉਹ ਔਰ ਨਾਲ ਦੀ ਨਾਲ ਕੁਝ ਹੈਲਥ ਵਰਕਰ ਜਿਹੜੇ ਆ ਉਹ ਬੜੇ ਅੱਕੇ ਹੋਏ ਨੇ ਕਿਉਂਕਿ ਜਿਹੜੇ ਲੋਕ ਇਹਨਾਂ ਹੈਲਥ ਮੈਜਰਸ ਦੇ ਉਲਟ ਮੁਜ਼ਾਹਰੇ ਕਰ ਰਹੇ ਜੀ ਉਹਨਾਂ ਦੇ ਕਾਫੀ ਵੱਡੇ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਨੇ। ਅਤੇ ਅੱਜ ਸਾਡੇ ਜਸਟਿਸ ਮਿਨਿਸਟਰ ਮਿਸਟਰ KC ਮੈਡੂ ਹੋਰਾਂ ਨੇ ਗੱਲ ਆਖੀ ਆ। ਉਹ ਕਹਿੰਦੇ ਵੀ ਅਸੀਂ ਜਿਹੜੇ ਹੁਣ ਜੁਰਮਾਨੇ ਆ ਉਹ ਦੁੱਗਣੇ ਕਰ ਦੇਣੇ ਨੇ, ਯਾਨੀ ਕਿ $2000 ਦਾ ਜੁਰਮਾਨਾ ਹੋਵੇਗਾ ਜੇ ਕੋਈ ਇਹਨਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਵੀ ਅਸੀਂ ਇਹ ਪਾਲਿਸੀ ਤਿਆਰ ਕਰ ਦਿੱਤੀ ਆ, ਹੁਣ ਇਸ ਪਾਲਿਸੀ ਨੂੰ ਜਿਹੜਾ ਲਾਗੂ ਕਰਨਾ ਆ ਉਹ ਜਿਹੜੀਆਂ ਹੈ ਨੇ ਦੂਸਰੀਆਂ ਔਰਗੇਨਾਈਜੇਸ਼ਨਸ ਜਾਂ ਏਜੰਸੀਜ਼ ਉਹ ਕਰਨਗੀਆਂ। ਔਰ ਨਾਲ ਪ੍ਰੀਮੀਅਰ ਉਹਨਾਂ ਨੇ ਵੀ ਇਹੀ ਗੱਲ ਆਖੀ ਆ ਕਿ ਸਾਡਾ ਕੰਮ ਇੱਕ ਪਾਲਿਸੀ ਬਣਾਉਣਾ ਆ ਔਰ ਉਹਨੂੰ ਲਾਗੂ ਕਰਨਾ, ਜਿਹੜਾ ਲਾ ਐਂਡ ਆਰਡਰ ਵਾਲੀ ਗੱਲ ਜਿਹੜੀ ਆ ਜੀ ਉਹ ਜਿਹੜੀਆਂ ਚਾਹੇ ਉਹ ਪੁਲਿਸ ਆ ਚਾਹੇ ਅਲਬਰਟਾ ਹੈਲਥ ਵਾਲੇ ਨੇ ਜਾਂ ਹੋਰ ਏਜੰਸੀ ਜਿਹੜੀਆਂ ਹੈਗੀਆਂ ਉਹ ਇਹਨਾਂ ਨੂੰ ਲਾਗੂ ਕਰਨਗੀਆਂ। ਔਰ ਉਹਨਾਂ ਨੇ ਲੋਕਾਂ ਨੂੰ ਇਹ ਗੱਲ ਕਹੀ ਆ ਵੀ ਭਾਈ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋ। ਜਦੋਂ ਕਿ ਇੱਕ ਅਲਬਰਟਾ ਦੇ ਵਿੱਚ ਜੀ ਕੈਫੇ ਆ ਵਿਸਲ ਸਟਾਪ ਕੈਫੇ ਔਰ ਉਹ ਕਈਆਂ ਮਹੀਨਿਆਂ ਤੋਂ ਹੀ ਇਹ ਜਿਹੜੀਆਂ ਹੈ ਨੇ ਉਲੰਘਣਾਵਾਂ ਇਹਨਾਂ ਕਾਨੂੰਨਾਂ ਦੀਆਂ ਕਰਦੇ ਆ ਰਹੇ ਸੀਗੇ, ਪਰ ਉਹਨੂੰ ਹੁਣ ਬੰਦ ਕਰ ਦਿੱਤਾ ਗਿਆ ਕਿਉਂਕਿ ਸਰਕਾਰ ਨੇ ਸਖਤ ਕਦਮ ਹੁਣ ਚੱਕਣੇ ਸ਼ੁਰੂ ਕੀਤੇ ਆ। ਪਹਿਲਾਂ ਉਹ ਕਈਆਂ ਮਹੀਨਿਆਂ ਤੋਂ ਇਸੇ ਤਰ੍ਹਾਂ ਹੀ ਚਲਾਈ ਜਾ ਰਹੇ ਸੀਗੇ। ਔਰ ਇਸੇ ਤਰ੍ਹਾਂ ਹੀ ਬੋਰਡਨ ਦੇ ਵਿੱਚ ਇੱਕ ਜਿਹੜਾ ਜੀ ਸਾਡੇ ਮੇਲੇ ਹੁੰਦੇ ਨੇ ਗਰਮੀਆਂ ਦੇ ਵਿੱਚ ਉੱਥੇ ਉਹ ਇੱਕ ਮੇਲਾ ਵੀ ਹੋਇਆ ਜਿੱਥੇ ਲੋਕਾਂ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਯਾਨੀ ਕਿ ਸਟੈਂਪੀਡ ਸੀ ਜੀ, ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਨਾ ਤਾਂ ਲੋਕਾਂ ਨੇ ਮਾਸਕ ਪਾਏ ਸੀਗੇ ਅਤੇ ਨਾ ਹੀ ਫਾਸਲਾ ਬਣਾ ਕੇ ਰੱਖਿਆ ਸੀ। ਸੋ ਹੁਣ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਜਸਟਿਸ ਮਿਨਿਸਟਰ ਮਿਸਟਰ ਮੈਡੂ ਔਰ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਵੱਲੋਂ ਕਿ ਹੁਣ ਜੁਰਮਾਨੇ ਦੁੱਗਣੇ ਕਰ ਦਿੱਤੇ ਜਾਣਗੇ। ਇਸ ਆਉਂਦੇ ਸੋਮਵਾਰ ਤੋਂ ਹੁਣ 12 ਸਾਲ ਤੋਂ ਉੱਪਰ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਵੀ ਵੈਕਸੀਨ ਦੇ ਟੀਕੇ ਲੱਗਣੇ ਸ਼ੁਰੂ ਹੋ ਜਾਣੇ ਨੇ ਕਿਉਂਕਿ ਓਟਵਾ ਤੋਂ ਅੱਜ ਜਿਹੜੀ ਏਜੰਸੀ ਨੇ ਸਵੇਰੇ ਖਬਰ ਦਿੱਤੀ ਆ ਉਹਦੇ ਮੁਤਾਬਕ ਜਿਹੜੀ ਫਾਈਜ਼ਰ ਵਾਲਿਆਂ ਦੀ ਵੈਕਸੀਨ ਹੈ ਜੀ ਉਹ ਕਹਿੰਦੇ ਵੀ 12 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਲਈ ਉਹ ਸੇਫ ਆ। ਸੋ ਆਉਂਦੇ ਸੋਮਵਾਰ ਤੋਂ ਵੈਕਸੀਨ ਦੇ ਟੀਕੇ ਉਹ 12 ਸਾਲ ਦੀ ਉਮਰ ਦੇ ਬੱਚਿਆਂ ਦੇ ਵੀ ਲੱਗਣੇ ਆਰੰਭ ਹੋ ਜਾਣਗੇ। ਔਰ ਉਸ ਗੱਲ ਦੇ ਉੱਤੇ ਪ੍ਰੀਮੀਅਰ ਹੋਰੀ ਕਹਿ ਰਹੇ ਨੇ ਵੀ ਸਾਡਾ ਸਭ ਤੋਂ ਵੱਡਾ ਹਥਿਆਰ ਹੈ ਇਸ ਵੇਲੇ
ਜਿਹੜਾ ਇਸ ਚੀਜ਼ ਦੇ COVID-19 ਦੇ ਖਿਲਾਫ ਹੈ ਉਹ ਵੈਕਸੀਨ ਦਾ ਹੈ। ਤੀਸਰੀ ਗੱਲ ਇਹ ਹੈ ਜੀ ਕਿ ਸਾਡੇ ਸੂਬੇ ਦੇ ਵਿੱਚ ਜਿਹੜੇ ਕੱਲ੍ਹ 2271 ਨਵੇਂ ਕੇਸ ਆਏ ਆ ਅਤੇ 2 ਲੱਖ ਕੇਸ ਤੋਂ ਉੱਪਰ ਟੱਪ ਚੁੱਕਾ ਜੀ ਜਦੋਂ ਦਾ ਪੈਂਡੈਮਿਕ ਆਰੰਭ ਹੋਇਆ ਹੈਗਾ। ਅਤੇ 3 ਹੋਰ ਮੌਤਾਂ ਹੋ ਗਈਆਂ, ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ 20 ਸਾਲਾਂ ਮਤਲਬ 20s ਦੇ ਵਿੱਚ ਉਹਦੀ ਉਮਰ ਸੀਗੀ। ਦਰਅਸਲ ਉਹਦੀ ਮੌਤ ਤਾਂ ਦੱਸਿਆ ਜਾ ਰਿਹਾ ਕਿ 13 ਮਾਰਚ ਦੀ ਹੋਈ ਸੀ, ਪਰ ਉਦੋਂ ਬਾਅਦ ਇੱਕ ਕੰਡਕਟ ਕਰਕੇ ਦੱਸਿਆ ਗਿਆ ਕਿ ਹਾਂ COVID-19 ਦੇ ਨਾਲ ਹੀ ਉਹਦੀ ਮੌਤ ਹੋਈ ਆ ਅਤੇ ਕਨਫਰਮ ਹੋਈ ਹੈ। ਅਤੇ ਦੂਸਰੀਆਂ 2 ਮੌਤਾਂ ਜਿਹੜੀਆਂ ਜੀ ਉਹ ਵੀ ਉਹ 40 ਸਾਲ ਤੋਂ ਉੱਪਰ ਦੀਆਂ ਨੇ ਔਰ ਇਹ ਨਾਰਥ ਜ਼ੋਨ ਦੇ ਵਿੱਚ ਹੋਈਆਂ ਨੇ। ਔਰ ਜਿਹੜਾ ਜੀ ਵੇਰੀਐਂਟ ਨੇ ਉਹਨਾਂ ਦੇ ਕਾਫੀ ਕੇਸ ਜਿਹੜੇ ਆ ਅਲਬਰਟਾ ਦੇ ਵਿੱਚ ਹੋ ਰਿਹਾ, ਕੋਈ 59.6% ਨੇ। 14,358 ਕੇਸ ਇਹ ਕੰਟੇਜੀਅਸ ਵੇਰੀਐਂਟਸ ਜਿਹੜੇ ਬੜੀ ਤੇਜ਼ੀ ਨਾਲ ਫੈਲ ਰਹੇ ਨੇ ਉਹਨਾਂ ਦੇ ਨੇ, ਔਰ 666 ਜਿਹੜੇ ਮਰੀਜ਼ ਨੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ, ਔਰ 146 ਇੰਟੈਂਸਿਵ ਕੇਅਰ ਯੂਨਿਟਸ ਦੇ ਵਿੱਚ ਨੇ। ਸੋ ਇਹ ਅਲਬਰਟਾ ਤੋਂ ਖਬਰਾਂ ਸੀਗੀਆਂ ਜੀ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।